ਸਾਹਿਬ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਸਤਿਗੁਰੂ ਮੀਰੀ ਪੀਰੀ ਦੇ ਮਾਲਿਕ, ਬੰਦੀ ਛੋੜ ਦਾਤੇ, ਅਕਾਲ ਤਖਤ ਸਾਹਿਬ ਦੇ ਸਿਰਜਣਹਾਰ, ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੈ। ਲੜੀਵਾਰ ਆਪਾਂ ਸਾਹਿਬਾਂ ਦਾ ਜੀਵਨ ਇਤਿਹਾਸ ਜੋ ਹੈ ਉਹ ਵਿਚਾਰ ਰਹੇ ਹਾਂ। ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਾਹਿਬਾਂ ਦੀ ਰਹਿਮਤ ਸਦਕੇ ਦੇ ਨਾਲ ਆਪਾਂ ਅਗਲਾ ਜੋ ਜੀਵਨ ਇਤਿਹਾਸ ਉਹ ਵਿਚਾਰਨਾ ਹੈ। ਪਰ ਨਾਲ ਹੀ ਅੱਜ ਜੋ ਹੈ ਉਹ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ। ਸੋ ਕੁਝ ਸਮਾਂ ਚੰਦ ਕੁ ਮਿੰਟ ਜਿਹਨੂੰ ਸਤਿਗੁਰਾਂ ਨੇ ਅਸਾੜ ਸ਼ਬਦ ਵਰਤਿਆ ਤੇ ਜਿਹਨੂੰ ਅਸੀਂ ਹਾੜ ਦਾ ਮਹੀਨਾ ਕਹਿੰਦੇ ਹਾਂ, ਇਸ ਮਹੀਨੇ ਦੇ ਅੰਦਰ ਕੀ ਉਪਦੇਸ਼ ਹੈ ਸਤਿਗੁਰਾਂ ਦਾ, ਚੰਦ ਮਿੰਟਾਂ ਦੇ ਅੰਦਰ ਮੈਂ ਅਰਜ਼ ਕਰਕੇ ਤੇ ਉਪਰੰਤ ਆਪਾਂ ਸਤਿਗੁਰਾਂ ਦਾ ਇਤਿਹਾਸ ਵਿਚਾਰਾਂਗੇ। ਸੋ ਆਪ ਜੀ ਨੇ ਕਿਰਪਾ ਕਰਨੀ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਮਨ ਚਿੱਤ ਨੂੰ ਕਰੋ ਇਕਾਗਰ, ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਇਸ ਮਹੀਨੇ ਦੇ ਅੰਦਰਲੇ ਪਾਵਨ ਸ਼ਬਦ ਨੂੰ ਪੜ੍ਹਦੇ ਹਾਂ, ਜਿਹੜਾ ਗੁਰੂ ਅਰਜਨ ਸਾਹਿਬ ਸਤਿਗੁਰਾਂ ਨੇ ਮਾਝ ਰਾਗ ਦੇ 12 ਮਾਹ ਦੇ ਅੰਦਰ ਉਚਾਰਿਆ, ਉਸ 12 ਮਾਹ ਦੇ ਅੰਦਰ ਮੇਰੇ ਸਾਹਿਬਾਂ ਨੇ ਆਖਿਆ ਕਿ ਭਾਈ ਜਿਹੜਾ ਹਾੜ ਦਾ ਮਹੀਨਾ ਹੈ ਇਹ ਬੜਾ ਤਪਦਾ ਹੈ। ਇਸ ਹਾੜ ਦੇ ਮਹੀਨੇ ਦੇ ਅੰਦਰ ਬੜੀ ਤਪਸ਼ ਹੈ, ਬੜੀ ਗਰਮੀ ਹੈ। ਤੇ ਜਿਸ ਤਰ੍ਹਾਂ ਹਾੜ ਦੇ ਮਹੀਨੇ ਦੇ ਅੰਦਰ ਬੜੀ ਤਪਸ਼ ਹੈ, ਉਸੇ ਤਰ੍ਹਾਂ ਇਨਸਾਨ ਦੇ ਅੰਦਰ ਵੀ ਅੱਤ ਦੀ ਤਪਸ਼ ਮੌਜੂਦ ਹੈ, ਗਰਮੀ ਹੈ। ਪਰ ਜਿਹੜੀ ਇਨਸਾਨ ਦੇ ਅੰਦਰ ਤਪਸ਼ ਹੈ ਇਹ ਵਿਕਾਰਾਂ ਦੀ ਤਪਸ਼ ਹੈ। ਹੁਣ ਬਾਹਰਲੀ ਗਰਮੀ ਤੇ ਠੰਡੀ ਹਵਾ ਚੱਲੇਗੀ, ਮੀਂਹ ਆਏਗਾ, ਬੱਦਲ ਆ ਗਏ, ਮੀਂਹ ਆ ਗਿਆ ਤੇ ਬਾਹਰਲੀ ਤਪਸ਼ ਤੇ ਖਤਮ ਹੋ ਗਈ। ਪਰ ਜਿਹੜੀ ਤਪਸ਼ ਇਨਸਾਨ ਦੇ ਹਿਰਦੇ ਦੇ ਅੰਦਰ ਹੈ ਨਾ, ਮੇਰੇ ਪਾਤਸ਼ਾਹ ਨੇ ਆਖਿਆ ਭਾਈ ਉਹ ਬਾਹਰਲੀ ਠੰਡਕ ਦੇ ਨਾਲ ਕਦੇ ਖਤਮ ਨਹੀਂ ਹੋ ਸਕਦੀ। ਅੰਦਰਲੀ ਜਿਹੜੀ ਤਪਸ਼ ਹੈ ਨਾ, ਉਹ ਪਰਮਾਤਮਾ ਦੀ ਬੰਦਗੀ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਕਦੇ ਖਤਮ ਹੋ ਹੀ ਨਹੀਂ ਸਕਦੀ। ਕਿਉਂਕਿ ਸਾਹਿਬਾਂ ਨੇ ਬਾਣੀ ਦੇ ਅੰਦਰ ਬੜੀਆਂ ਉਦਾਹਰਨਾਂ ਇਹਦੇ ਪਰਥਾਏ ਦਿੱਤੀਆਂ। ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਕਿਸੇ ਨੇ ਆਖ ਦਿੱਤਾ ਚੰਦਨ ਬੜਾ ਸ਼ੀਤਲ ਹੈ, 52 ਚੰਦਨ, ਚੰਦਨਾਂ ਦੇ ਵਿੱਚੋਂ 52 ਚੰਦਨ ਸਭ ਤੋਂ ਉੱਤਮ ਕਿਸਮ ਹੈ ਚੰਦਨ ਦੀ। ਕਿਸੇ ਨੇ ਕਹਿ ਦਿੱਤਾ ਕਿ ਚੰਦਨ ਬੜਾ ਸ਼ੀਤਲ ਹੈ, ਬੜਾ ਠੰਡਾ ਹੈ। ਕਿਸੇ ਨੇ ਕਹਿ ਦਿੱਤਾ ਨਹੀਂ ਭਾਈ, ਅਸਲ ਦੇ ਅੰਦਰ ਚੰਦਨ ਜਿਹੜਾ ਉਹ ਇੰਨਾ ਸ਼ੀਤਲ ਨਹੀਂ ਜਿੰਨਾ ਚੰਦ ਸ਼ੀਤਲ ਹੈ। ਚੰਦ, ਚੰਦਰਮਾ, ਕਿਉਂਕਿ ਉਹਦੇ ਅੰਦਰਲਾ ਉਜਾਲਾ ਜਿਹੜਾ ਹੈ ਉਹ ਕਦੇ ਤਪਸ਼ ਨਹੀਂ ਦਿੰਦਾ, ਉਹ ਕਦੇ ਗਰਮੀ ਨਹੀਂ ਦਿੰਦਾ। ਕੋਈ ਹੋਰ ਸੀ ਮੇਰੇ ਵਰਗਾ, ਜਾਂ ਮੈਂ ਕਹਾਂ ਸਤਿਗੁਰਾਂ ਨੇ ਤੀਜੀ ਉਦਾਹਰਨ ਦਿੱਤੀ। ਕਹਿੰਦੇ ਭਾਈ ਨਹੀਂ, ਕਿਸੇ ਨੇ ਕਿਹਾ ਚੰਦਨ ਠੰਡਾ, ਕਿਸੇ ਨੇ ਕਿਹਾ ਚੰਦ ਠੰਡਾ, ਕਿਸੇ ਨੇ ਕਹਿ ਦਿੱਤਾ ਸਰਦੀ ਦੀ ਰੁੱਤ ਬੜੀ ਠੰਡੀ ਹੈ। ਸਰਦੀ ਆ ਗਈ ਤੇ ਚਾਰੇ ਪਾਸੇ ਠੰਡਕ ਹੋ ਗਈ। ਪਰ ਸੱਚੇ ਬਾਦਸ਼ਾਹ ਜੀ ਨੇ ਆਖਿਆ ਨਾ ਤੇ ਚੰਦਨ, ਨਾ ਚੰਦ ਤੇ ਨਾ ਸਰਦੀ ਦੀ ਰੁੱਤ,
ਇਹਨਾਂ ਦੇ ਨਾਲ ਅੰਦਰਲੀ ਇਨਸਾਨ ਦੀ ਤਪਸ਼ ਕਦੇ ਮਿਟੇਗੀ ਹੀ ਨਹੀਂ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ। ਤੇ ਬਾਦਸ਼ਾਹ ਨੇ ਆਖਿਆ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅਸਲ ਵਿੱਚ ਸ਼ੀਤਲਤਾ ਜਿਹੜੀ ਹੈ ਨਾ, ਉਹ ਜਪੰਦੜੋ ਹਰ ਨਾਮ ਦੇ ਨਾਲ ਹੈ। ਪਰਮਾਤਮਾ ਦੇ ਨਾਮ ਨੂੰ ਜਪਣ ਨਾਲ ਅੰਦਰਲੀ ਸ਼ੀਤਲਤਾ, ਠੰਡਕ ਜਿਹੜੀ ਉਹ ਆਉਂਦੀ ਹੈ। ਤੇ ਇਹ ਜਿਹੜੀ ਠੰਡਕ ਸਾਡੇ ਤੋਂ ਦੂਰ ਕਿਵੇਂ ਹੁੰਦੀ ਏ? ਜਦੋਂ ਅਸੀਂ ਆਪਣੇ ਮਨ ਦੇ ਅੰਦਰੋਂ ਉਸ ਪਰਮਾਤਮਾ ਨੂੰ, ਪਰਮ ਪਿਤਾ ਨੂੰ ਵਿਸਾਰ ਦਿੰਦੇ ਹਾਂ, ਬਾਹਰ ਕੱਢ ਦਿੰਦੇ ਹਾਂ ਉਹਨੂੰ। ਅਸੀਂ ਆਪਣੀ ਜ਼ਿੰਦਗੀ ਚੋਂ ਵਿਸਾਰ ਦਿੱਤਾ। ਜਿਹੜਾ ਸ਼ਬਦ ਹੈ ਨਾ ਹਾੜ ਦੇ ਮਹੀਨੇ ਦਾ, ਉੱਥੇ ਗੁਰੂ ਅਰਜੁਨ ਸਾਹਿਬ ਮੇਰੇ ਪਾਤਸ਼ਾਹ ਨੇ ਇਸੇ ਗੱਲ ਦਾ ਹੀ ਜ਼ਿਕਰ ਕੀਤਾ। ਕਹਿੰਦੇ ਆਸਾੜ ਤਪੰਦਾ ਤਿਸ ਲੱਗਾ। ਉਹਨਾਂ ਇਹ ਨਹੀਂ ਕਿਹਾ ਕਿ ਹਾੜ ਦਾ ਮਹੀਨਾ ਸਾਰਿਆਂ ਨੂੰ ਤਪਦਾ ਲੱਗਦਾ ਹੈ। ਤਿਸ ਲੱਗਾ ਭਾਵ ਉਹਨਾਂ ਨੂੰ ਲੱਗਦਾ ਹੈ। ਕਿਹਨਾਂ ਨੂੰ? ਹਰ ਨਾਹ ਨਾ ਜਿੰਨਾ ਪਾਸ, ਜਿਨ੍ਹਾਂ ਕੋਲ ਹਰੀ ਵਾਹਿਗੁਰੂ ਹਰ ਨਾਹ ਖਸਮ ਪਤੀ ਪਰਮੇਸ਼ਰ ਪਰਮਾਤਮਾ, ਤੇ ਜਿਨ੍ਹਾਂ ਦੇ ਕੋਲ ਪਰਮੇਸ਼ਰ ਪਰਮਾਤਮਾ ਰੂਪੀ ਪਤੀ ਨਹੀਂ ਹੈ ਨਾ, ਜਿਨ੍ਹਾਂ ਕੋਲ ਸੱਜਣ ਪਿਆਰਾ ਨਹੀਂ ਹੈ, ਤੇ ਸਾਹਿਬਾਂ ਨੇ ਆਖਿਆ ਕਿ ਉਹਨਾਂ ਨੂੰ ਹਾੜ ਦਾ ਮਹੀਨਾ ਤਪਦਾ ਲੱਗਦਾ ਹੈ, ਤਪਸ਼ ਭਰਿਆ ਲੱਗਦਾ ਹੈ। ਕਿਉਂਕਿ ਉਹਨਾਂ ਦੇ ਜੀਵਨ ਦੇ ਅੰਦਰ ਕਿਸੇ ਪਾਸਿਓਂ ਸ਼ੀਤਲਤਾ ਆਏਗੀ ਨਹੀਂ, ਠੰਡਕ ਆਏਗੀ ਨਹੀਂ। ਸ਼ੀਤਲਤਾ ਤੇ ਨਾਮ ਨੇ ਦੇਣੀ ਹੈ ਨਾ, ਸ਼ੀਤਲਤਾ ਤੇ ਬੰਦਗੀ ਨੇ ਦੇਣੀ ਹੈ। ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਮੇਰੇ ਸੱਚੇ ਬਾਦਸ਼ਾਹ ਨੇ ਆਖਿਆ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ। ਜਦੋਂ ਉਸ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ, ਉਸ ਪੁਰਖ ਨੂੰ ਅਸੀਂ ਆਪਣੇ ਜੀਵਨ ਦੇ ਅੰਦਰੋਂ ਤਿਆਗ ਦਿੰਦੇ ਹਾਂ, ਵਿਸਾਰ ਦਿੰਦੇ ਹਾਂ, ਉਹਨੂੰ ਬਾਹਰ ਕੱਢ ਦਿੰਦੇ ਹਾਂ ਨਾ, ਤੇ ਕਰਦੇ ਕੀ ਆ? ਮਾਨਸ ਸੰਧੀ ਆਸ। ਅਸੀਂ ਆਪਣੀ ਆਸ ਜਿਹੜੀ ਹੈ ਨਾ, ਉਹ ਪਰਮਾਤਮਾ ਤੇ ਨਹੀਂ ਰੱਖਦੇ, ਮਨੁੱਖਾਂ ਤੇ ਰੱਖਣ ਲੱਗ ਪੈਂਦੇ ਆ। ਆਸ ਸਮਝਦੇ ਨਾ, ਆਸਰਾ ਸਹਾਰਾ। ਜਦੋਂ ਇਨਸਾਨ ਆਪਣੀ ਆਸ ਰੱਬ ਨੂੰ ਛੱਡ ਕੇ ਆਮ ਇਨਸਾਨਾਂ ਤੇ ਟਿਕਾ ਲਏ ਨਾ, ਸਰੀਰਾਂ ਤੇ ਟਿਕਾ ਲਏ, ਤੇ ਫਿਰ ਅੰਦਰਲੀ ਤਪਸ਼ ਖਤਮ ਕਿਵੇਂ ਹੋਏਗੀ? ਜਗ ਜੀਵਨ ਪੁਰਖ ਵਿਸਾਰ ਕੈ ਮਾਨਸ ਸੰਧੀ ਆਸ। ਕਹਿੰਦੇ ਦੋਏ ਭਾਏ ਵਿਗੁਚੀ ਹੈ। ਦੂਜੇ ਭਾਵ, ਦੂਜਾ ਭਾਵ ਜਿਹੜਾ ਹੈ, ਉਹਦੇ ਅੰਦਰ ਇਨਸਾਨ ਗਲਤਾਨ ਹੋ ਜਾਂਦਾ ਹੈ। ਗਲ ਪਈ ਸ ਜਮ ਕੀ ਫਾਸ। ਫਿਰ ਕੀ ਹੁੰਦਾ ਹੈ? ਫਿਰ ਗਲ ਦੇ ਅੰਦਰ ਜਮਾਂ ਦੀ ਫਾਹੀ ਪੈ ਜਾਂਦੀ ਹੈ। ਜਦੋਂ ਦੂਜਾ ਭਾਵ ਆ ਕੇ ਵਸਦਾ ਹੈ ਨਾ, ਆਨੰਦ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਖਿਆ ਦੂਜਾ ਭਾਵ ਹੈ ਕਿ ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਕੀ ਹੈ? ਜਿਹਦੇ ਨਾਲ ਪਰਮਾਤਮਾ ਵਿਸਰ ਗਿਆ। ਜਾਂ ਉਹ ਹਰ ਇੱਕ ਚੀਜ਼, ਜਿਸ ਚੀਜ਼ ਨੇ ਸਾਡੀ ਜ਼ਿੰਦਗੀ ਦੇ ਅੰਦਰੋਂ ਪਰਮਾਤਮਾ ਨੂੰ ਬਾਹਰ ਕੱਢ ਦਿੱਤਾ, ਪਾਤਸ਼ਾਹ ਨੇ ਆਖਿਆ ਉਹੀ ਮਾਇਆ ਹੈ। ਭੱਟਾ ਨੇ ਆਖਿਆ ਨਾ, ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ। ਅਸੀਂ ਸੁਤ ਦਾਰਾ ਧੀਆਂ ਪੁੱਤਰਾਂ ਦੇ ਨਾਲ, ਘਰ ਵਾਲੀ ਨਾਲ ਪ੍ਰੀਤ ਪਾ ਲਈ। ਇਹੀ ਤੇ ਮਾਇਆ ਦਾ ਮੋਹ ਹੈ ਨਾ। ਅਸਲ ਵਿੱਚ ਦੁਨੀਆ ਦੀ ਉਹ ਹਰ ਇੱਕ ਚੀਜ਼ ਜਿਹੜੀ ਪਰਮਾਤਮਾ ਤੋਂ ਦੂਰ ਸਾਨੂੰ ਕਰਦੀ ਹੈ, ਉਹ ਮਾਇਆ ਹੀ ਹੈ। ਮਾਇਆ ਸਿਰਫ ਧਨ ਦੌਲਤ ਨਹੀਂ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ। ਦੋਏ ਭਾਈ ਵੀ ਗੁੱਚੀ ਹੈ, ਭਾਉ ਦੂਜਾ ਲਾਇਆ। ਦੂਜਾ ਭਾਉ ਕਿਹੜਾ ਹੈ? ਇੱਕ ਪਰਮਾਤਮਾ ਹੈ, ਤੇ ਪਰਮਾਤਮਾ ਤੋਂ ਬਿਨਾਂ ਸਭ ਕੁਝ ਦੂਜਾ ਹੈ। ਸਮਝਿਓ, ਪਹਿਲਾ ਪਰਮਾਤਮਾ ਹੈ, ਤੇ ਜਿਹਦੀ ਜ਼ਿੰਦਗੀ ਦੇ ਅੰਦਰ, ਜਿਹਦੇ ਜੀਵਨ ਦੇ ਅੰਦਰ ਪਰਮਾਤਮਾ ਨਹੀਂ ਹੈ, ਉਹ ਫਿਰ ਦੂਜੇ ਭਾਉ ਵਾਲੇ ਪਾਸੇ ਆ। ਤੇ ਦੂਜੇ ਭਾਉ ਵਾਲੇ ਪਾਸੇ ਗੁਰੂ ਸਾਹਿਬ ਨੇ ਆਖਿਆ ਗਲ ਪਈ ਸ ਜਮ ਕੀ ਫਾਸ। ਭਲਿਓ, ਉੱਥੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਫਿਰ ਉਹ ਜਮ ਫਾਹੀ ਪਾ ਕੇ ਲੈ ਜਾਂਦੇ ਨੇ। ਫਿਰ ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਫਿਰ ਅਸੀਂ ਜੋ ਬੀਜਦੇ ਹਾਂ ਉਹ ਲੁਣਦੇ ਹਾਂ, ਉਹ ਵੱਢਦੇ ਹਾਂ। ਜੋ ਸਾਡੇ ਮੱਥੇ ਤੇ ਲਿਖਿਆ ਉਹਦੇ ਅਨੁਸਾਰ ਕਰਮ ਕਰਦੇ ਜਾਂਦੇ ਹਾਂ। ਅਸੀਂ ਜੋ ਬੀਜਦੇ ਹਾਂ ਉਹ ਵੱਢਣਾ ਪਏਗਾ। ਬੀਜਣ ਦਾ ਇੱਥੇ ਅਰਥ ਕੀ ਹੈ ਕਿ ਜੇ ਇਹ ਕਰਮ ਕਮਾਵਤੇ ਤੇਹੇ ਵੇ ਫਲ। ਤੇ ਜਿਹੋ ਜਿਹੇ ਕਰਮ ਇਨਸਾਨ ਕਮਾਉਂਦਾ ਹੈ, ਉਹੋ ਜਿਹਾ ਉਹਨੂੰ ਫਲ ਮਿਲਦਾ ਉਹਨਾਂ ਕਰਮਾਂ ਦਾ।
ਮੱਥੈ ਜੋ ਲਿਖਿਆਸ। ਜਿਹਾ ਬੀਜੈ ਸੋ ਲੁਣੈ। ਬਾਣੀ ਨੇ ਉਦਾਹਰਨਾਂ ਬੜੇ ਕਮਾਲ ਦੀਆਂ ਦਿੱਤੀਆਂ ਨੇ। ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਭਲਿਆ ਬੀਜਣਾ ਤੇ ਹੈ, ਕੁਝ ਨਾ ਕੁਝ ਬੀਜਣਾ ਹੈ, ਪਰ ਇਸ ਰੁੱਤ ਦੇ ਅੰਦਰ ਪਰਮਾਤਮਾ ਦਾ ਨਾਮ ਬੀਜ। ਤੇ ਬੀਜਣਾ ਕਿੱਥੇ ਹੈ? ਸੁਣਿਓ, ਇੱਕ ਸਵਾਲ ਆਉਂਦਾ ਹੈ ਵੀ ਜੇ ਗੁਰੂ ਸਾਹਿਬ ਕਹਿ ਰਹੇ ਨੇ ਪਰਮਾਤਮਾ ਦਾ ਨਾਮ ਬੀਜਣਾ ਹੈ, ਤੇ ਉਹ ਬੀਜਣਾ ਕਿੱਥੇ ਹੈ? ਉਹਨੂੰ ਬੋਣਾ ਕਿੱਥੇ ਹੈ? ਤੇ ਬਾਣੀ ਦੇ ਅੰਦਰ ਹਰ ਗੱਲ ਦਾ ਜਵਾਬ ਸਾਹਿਬਾਂ ਨੇ ਦਿੱਤਾ। ਕਹਿੰਦੇ ਕਰਮ ਧਰਤੀ ਸਰੀਰ। ਸੁਣਿਓ, ਅਸਲ ਵਿੱਚ ਸਾਡਾ ਸਰੀਰ ਜਿਹੜਾ ਏ ਉਹ ਸਾਡੀ ਕਰਮ ਰੂਪੀ ਧਰਤੀ ਹੈ। ਸਰੀਰ ਆ ਜਿਹੜਾ ਸਾਨੂੰ ਮਿਲਿਆ ਏ, ਤੇ ਬੀਜ ਤੇ ਜ਼ਮੀਨ ਤੇ ਹੀ ਬੋਇਆ ਜਾਂਦਾ ਨਾ, ਧਰਤੀ ਤੇ ਹੀ ਬੀਜਿਆ ਜਾਂਦਾ ਹੈ। ਇੱਥੇ ਸਾਡਾ ਸਰੀਰ ਜਿਹੜਾ ਏ ਉਹ ਕਰਮ ਰੂਪੀ ਧਰਤੀ ਹੈ। ਕਰਮ ਧਰਤੀ ਸਰੀਰ। ਕਲ ਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਕੋ ਪਾਵੈ। ਇਹ ਕਲ ਯੁਗ ਦਾ ਇਹ ਜਿਹੜਾ ਸਮਾਂ ਹੈ ਨਾ, ਇਸ ਸਮੇਂ ਦੇ ਅੰਦਰ ਇਸ ਸਰੀਰ ਰੂਪੀ ਧਰਤੀ ਤੇ ਇਨਸਾਨ ਜੋ ਬੀਜਦਾ ਹੈ ਉਹੀ ਵੱਢਦਾ ਹੈ। ਉਹਨੂੰ ਵੱਢਣਾ ਹੀ ਉਹ ਪੈਂਦਾ ਹੈ। ਤਾਂ ਹੀ ਸਤਿਗੁਰਾਂ ਨੇ ਆਖਿਆ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਭਲਿਓ ਆ ਜਿਹੜਾ ਸਮਾਂ ਆਇਆ ਹੈ ਨਾ, ਇਹ ਕਲ ਯੁਗ, ਇੱਥੇ ਨਾਮ ਦਾ ਬੀਜ ਬੀਜੋ। ਨਾਮ ਬੋ ਲਾਓ, ਬੀਜ ਲਾਓ। ਅਨ ਰੁੱਤ ਵੇਖੋ, ਕਹਿੰਦੇ ਹੋਰ ਕਿਸੇ ਰੁੱਤ ਵਿੱਚ ਨਹੀਂ ਬੀਜਿਆ ਜਾਂਦਾ। ਕਿਸਾਨ ਨੂੰ ਪਤਾ ਹੈ ਕਿ ਕਿਹੜੀ ਰੁੱਤ ਦੇ ਅੰਦਰ ਮੈਂ ਕਿਹੜੀ ਫਸਲ ਬੀਜਣੀ ਹੈ, ਉਹਨੂੰ ਪਤਾ ਹੈ। ਜੇ ਸਰਦੀਆਂ ਦੇ ਅੰਦਰ ਚੌਲ ਲਾ ਕੇ ਬਹਿ ਜਾਏਗਾ, ਝੋਨਾ ਜ਼ੀਰੀ ਲਾ ਕੇ ਬਹਿ ਜਾਏਗਾ, ਤੇ ਉਹ ਤੇ ਖਤਮ ਹੈ। ਉਹਨੂੰ ਪਤਾ ਹੈ ਕਿ ਕਿਹੜਾ ਸਮਾਂ ਕਿਸ ਫਸਲ ਵਾਸਤੇ ਅਨੁਕੂਲ ਹੈ। ਉਹ ਉਸ ਫਸਲ ਨੂੰ ਕਿਸਾਨ ਉਸੇ ਸਮੇਂ ਤੇ ਹੀ ਬੀਜਦਾ ਹੈ, ਬੋਂਦਾ ਹੈ। ਤੇ ਨਾਮ ਬੀਜਣ ਦਾ ਸਮਾਂ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਅਨ ਰੁੱਤ ਨਾਹੀ ਨਾਹੀ ਮਤ ਭਰਮ ਭੂਲੋ ਭਾਈ। ਭਾਈ ਭਰਮ ਦੇ ਅੰਦਰ ਨਾ ਭੁੱਲ ਜਿਓ, ਕਿਸੇ ਹੋਰ ਰੁੱਤ ਦੇ ਅੰਦਰ ਨਹੀਂ। ਆਹ ਰੁੱਤ ਬੜੀ ਭਲੀ ਏ, ਇਸ ਰੁੱਤ ਦੇ ਅੰਦਰ ਹੀ ਨਾਮ ਦਾ ਬੀਜ ਬੀਜਿਆ ਜਾ ਸਕਦਾ ਹੈ। ਤੇ ਜੇ ਨਾਮ ਬੀਜਾਂਗੇ ਤੇ ਵੱਢਣ ਦੇ ਵਾਸਤੇ ਵੀ ਤੇ ਨਾਮ ਹੀ ਮਿਲੇਗਾ ਨਾ, ਕੁਝ ਹੋਰ ਥੋੜੀ ਮਿਲਣਾ ਹੈ। ਇਹ ਸੱਚਾਈ ਹੈ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਜੋ ਬੀਜਦੇ ਆ ਉਹ ਵੱਢਣਾ ਪਏਗਾ। ਭਲਿਆ ਜਿਹੜੇ ਕਰਮ ਕਰਦੇ ਆ ਨਾ ਅਸੀਂ, ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ। ਮੇਰੇ ਆਪਣੇ ਕਰਮ ਨੇ, ਮੇਰੇ ਆਪਣੇ ਕਰਮਾਂ ਦਾ ਮੈਨੂੰ ਹੀ ਦੋਸ਼ ਹੋਏਗਾ, ਕਿਸੇ ਹੋਰ ਨੂੰ ਥੋੜੀ ਹੋਣਾ ਹੈ। ਤੇ ਸਾਹਿਬਾਂ ਨੇ ਤੇ ਕਹਿ ਦਿੱਤਾ, ਜੋ ਮੈਂ ਕੀਆ ਸੋ ਮੈਂ ਪਾਇਆ। ਇਹ ਕਿਸੇ ਹੋਰ ਨੂੰ ਥੋੜੀ ਮਿਲਣਾ ਹੈ। ਜੋ ਮੈਂ ਕੀਤਾ, ਜੋ ਮੈਂ ਬੀਜਿਆ, ਉਹ ਮੈਨੂੰ ਹੀ ਮਿਲਣਾ ਹੈ ਨਾ। ਜਿਹੜੇ ਕਰਮ ਮੈਂ ਕੀਤੇ ਉਹਦਾ ਫਲ ਵੀ ਤੇ ਮੈਨੂੰ ਹੀ ਮਿਲਣਾ, ਦੂਜੇ ਨੂੰ ਥੋੜੀ ਮਿਲ ਜਾਣਾ। ਇਹ ਕਰ ਕਰੈ ਸੋ ਇਹ ਕਰ ਪਾਏ। ਆਹ ਹੱਥ ਕੋਈ ਕਰਮ ਕਰਦਾ, ਸਮਝਾਉਣ ਦਾ ਤਰੀਕਾ ਕਿੱਡੇ ਕਮਾਲ ਦਾ ਗੁਰੂ ਸਾਹਿਬ ਨੇ ਦਿੱਤਾ। ਕਹਿੰਦੇ ਜੇ ਆਹ ਹੱਥ ਕੋਈ ਮੰਦਾ ਕਰਮ ਕਰਦਾ ਏ ਤੇ ਇਹ ਕਰ ਪਾਏ, ਉਹਦੀ ਸਜ਼ਾ ਵੀ ਐਸੇ ਹੱਥ ਨੂੰ ਮਿਲਣੀ, ਇਹਨੂੰ ਨਹੀਂ ਮਿਲਣੀ। ਕੋਈ ਕਿਸੇ ਦੀ ਜਗ੍ਹਾ ਤੇ ਪਕੜਿਆ ਨਹੀਂ ਜਾਏਗਾ। ਜਿਹਾ ਬੀਜੈ ਸੋ ਲੁਣੈ। ਤੇ ਫਿਰ ਬੀਜੀਏ ਹੀ ਬੰਦਗੀ, ਬੀਜੀਏ ਹੀ ਪਰਮਾਤਮਾ ਦਾ ਨਾਮ, ਬੀਜੀਏ ਚੰਗੇ ਕਰਮ। ਜੇ ਜ਼ਿੰਦਗੀ ਦੇ ਅੰਦਰ ਮੰਦੇ ਕਰਮ ਬੀਜਣ ਲੱਗ ਪਏ ਤੇ ਫਿਰ ਕਿੰਨੇ ਹਜ਼ਾਰ ਗੁਣਾ ਵੱਧ ਕੇ ਉਹ ਮੰਦੇ ਕਰਮ ਹੀ ਸਾਨੂੰ ਵਾਪਸ ਮਿਲਣੇ ਨੇ, ਉਸੇ ਤਰ੍ਹਾਂ ਹੀ ਮਿਲਣਗੇ। ਸੱਚੇ ਪਾਤਸ਼ਾਹ ਜੀ ਨੇ ਅੱਗੇ ਆਖਿਆ, ਕਹਿੰਦੇ ਰੈਣ ਵਿਹਾਣੀ ਪਛੁਤਾਣੀ, ਉੱਠ ਚਲੀ ਗਈ ਨਿਰਾਸ। ਰੈਣ ਦਾ ਅਰਥ ਹੈ ਜੀਵਨ। ਰੈਣ ਦਾ ਅਰਥ ਰਾਤ ਨਹੀਂ ਹੈ। ਇੱਥੇ ਰੈਣ ਦਾ ਅਰਥ ਵੈਸੇ ਰਾਤ ਹੀ ਏ, ਪਰ ਇਸ ਜਗ੍ਹਾ ਤੇ ਰੈਣ ਦਾ ਅਰਥ ਹੈ ਸਾਡੇ ਜੀਵਨ ਰੂਪੀ ਰਾਤ। ਰੈਣ ਵਿਹਾਣੀ ਪਛੁਤਾਣੀ, ਜੀਵਨ ਰੂਪੀ ਰਾਤ ਐਵੇਂ ਹੀ ਗੁਜ਼ਰਦੀ ਜਾ ਰਹੀ ਹੈ ਤੇ ਗੁਜ਼ਰ ਜਾਏਗੀ ਇਸੇ ਤਰ੍ਹਾਂ। ਫਿਰ ਕੀ ਹੋਏਗਾ? ਫਿਰ ਪਛਤਾਵਾ ਹੀ ਇਕੱਲਾ ਰਹਿ ਜਾਏਗਾ। ਫਿਰ ਪਛਤਾਉਣ ਦਾ ਲਾਭ ਹੀ ਨਹੀਂ ਕੋਈ, ਫਿਰ ਥੋੜੀ ਕੋਈ ਫਾਇਦਾ ਹੈ। ਅਸੀਂ ਆਪਣੇ ਜੀਵਨ ਨੂੰ ਸੱਚਮੁੱਚ ਅਜਾਈਂ ਗਵਾਉਂਦੇ ਹਾਂ, ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ। ਅਜਾਈਂ ਗਵਾਉਣੇ ਕਿਵੇਂ ਆ? ਰੈਣ ਗਵਾਈ ਸੋਏ ਕਹਿ ਦਿਵਸ ਗਵਾਇਓ ਖਾਏ। ਸਾਰੀ ਰਾਤ ਸੁੱਤਿਆਂ ਲੰਘ ਗਈ, ਦਿਨ ਖਾਂਦਿਆਂ ਪੀਂਦਿਆਂ ਲੰਘ ਗਿਆ,
ਹੁਣ ਤੇ ਹਾਲਾਤ ਇਹੋ ਜਿਹੇ ਬਣੇ ਨੇ, ਕਈ ਇਹੋ ਜਿਹੇ ਨੇ ਜਿਹੜੇ 2 ਵਜੇ 3 ਵਜੇ ਸੌਂਦੇ ਨੇ ਤੇ 12 ਵਜੇ ਉੱਠਦੇ ਨੇ। ਉਹ ਨਾ ਰਾਤ ਉੱਧਰ ਰਹਿ ਗਈ ਤੇ ਨਾ ਦਿਨ ਉੱਧਰ ਰਹਿ ਗਿਆ, ਸਮਝ ਹੀ ਨਹੀਂ ਆਉਂਦੀ ਕੀ ਬਣ ਗਿਆ। ਉਹਨਾਂ ਦੀ ਹਾਲਤ ਕੀ ਹੋਏਗੀ ਸੋਚੋ। ਕਾਰੋਬਾਰ ਜ਼ਰੂਰੀ ਨੇ, ਸਭ ਕੁਝ ਜ਼ਰੂਰੀ ਹੈ, ਪਰ ਜ਼ਿੰਦਗੀ ਤੇ ਸਭ ਤੋਂ ਪਹਿਲਾਂ ਹੈ ਨਾ। ਜ਼ਿੰਦਗੀ ਸਭ ਤੋਂ ਪਹਿਲਾਂ ਹੈ। ਅਸੀਂ ਕਹਿੰਦੇ ਹਾਂ ਰੈਣ ਗਵਾਈ ਸੋਏ ਕਹਿ, ਉਹਨਾਂ ਦੀ ਰਾਤ ਹੀ ਨਹੀਂ ਹੁੰਦੀ। ਕਈ ਸਾਰਾ ਸਾਰਾ ਦਿਨ ਸੌਂਦੇ ਨੇ, ਰਾਤ ਨੂੰ ਕੰਮ ਕਰਦੇ ਨੇ। ਕੰਮ ਵੀ ਖੈਰ ਕੀ ਹੁੰਦੇ, ਕਈ ਤਾਂ ਮੇਰੇ ਵਰਗੇ ਉੱਦਾਂ ਹੀ ਬਸ ਟਾਈਮ ਹੀ ਪਾਸ ਕਰਨ ਵਾਲੇ ਹੁੰਦੇ ਨੇ। ਬਾਣੀ ਨੇ ਆਖਿਆ, ਕਹਿੰਦੇ ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਓ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਕੌਡੀਆਂ ਦੇ ਭਾਅ ਅਸੀਂ ਗਵਾ ਦਿੰਦੇ ਹਾਂ। ਰੈਣ ਵਿਹਾਣੀ ਪਛੋਤਾਣੀ, ਜੀਵਨ ਰੂਪੀ ਰਾਤ ਚਲੀ ਜਾਏਗੀ, ਫਿਰ ਪਛਤਾਵਾ ਰਹਿ ਜਾਏਗਾ ਤੇ ਫਿਰ ਪਛਤਾਇਆ ਮਿਲਣਾ ਵੀ ਕੱਖ ਨਹੀਂ। ਉੱਠ ਚਲੀ ਗਈ ਨਿਰਾਸ਼। ਜਦੋਂ ਜ਼ਿੰਦਗੀ ਦੀ ਰਾਤ ਮੁੱਕ ਗਈ ਤੇ ਇਹ ਜਿਹੜੀ ਜੀਵ ਆਤਮਾ ਅੰਦਰੋਂ ਨਿਕਲ ਜਾਏਗੀ, ਚਲੀ ਜਾਏਗੀ। ਇਹ ਕਿਸੇ ਦੇ ਅੰਦਰ ਥੋੜੀ ਟਿਕੀ ਰਹਿੰਦੀ ਹੈ। ਪਰ ਇਹ ਵੀ ਆਖਿਆ, ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਨਾ, ਜਿਨ ਕਉ ਸਾਧੂ ਭੇਟੀਐ, ਜਿਨ੍ਹਾਂ ਨੂੰ ਗੁਰੂ ਮਿਲਿਆ, ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਅੱਗੇ ਭੇਟ ਕਰ ਦਿੱਤਾ, ਅਰਪਣ ਕਰ ਦਿੱਤਾ, ਉਹ ਦਰਗਾਹ ਤੇ ਖਲਾਸ ਹੋ ਜਾਂਦੇ ਨੇ, ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਕੌਣ ਪ੍ਰਵਾਨ ਹੁੰਦੇ ਨੇ? ਆਪਾਂ ਰੋਜ਼ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਕੌਣ? ਜਿਨ੍ਹਾਂ ਨੇ ਨਾਮ ਧਿਆਇਆ ਹੈ, ਜਿਨ੍ਹਾਂ ਨੇ ਬੜੀਆਂ ਘਾਲਣਾ ਘਾਲੀਆਂ ਆਪਣੇ ਜੀਵਨ ਦੇ ਅੰਦਰ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ, ਨਾਨਕ ਤੇ ਮੁਖ ਉਜਲੇ। ਕਿੱਡੀ ਵੱਡੀ ਗੱਲ ਹੈ। ਉਜਲਾ ਮੁਖ ਲੈ ਕੇ ਗਏ ਨੇ ਸੰਸਾਰ ਤੋਂ। 2 ਤਰ੍ਹਾਂ ਦੇ ਲੋਕ ਨੇ, 2 ਤਰ੍ਹਾਂ ਦੇ। ਪਹਿਲੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਹੋਰ ਬੜਿਆਂ ਦਾ ਛੁਟਕਾਰਾ ਕਰਵਾ ਦਿੱਤਾ। ਦੂਜੇ ਤਰ੍ਹਾਂ ਦੇ, ਇੱਥੇ ਹੈ ਜਿਨੀ ਨਾਮ ਧਿਆਇਆ, ਉੱਥੇ ਹੈ ਜਿਨੀ ਨਾਮ ਵਿਸਾਰਿਆ। ਜੇ ਧਿਆਇਆ ਦਾ ਜ਼ਿਕਰ ਕਰਕੇ ਖੁਸ਼ ਹੋ ਜਾਣਾ ਚਾਹੀਦਾ ਹੈ। ਜਪਜੀ ਸਾਹਿਬ ਵਿੱਚ ਅਸੰਖ ਨਾਮ, ਅਸੰਖ ਥਾਮ, ਅਸੰਖਾਂ ਤੇਰਾ ਨਾਮ ਜਪਦੇ ਪਏ ਨੇ, ਅਸੰਖਾਂ। ਤੇ ਮੇਰੇ ਵਰਗਾ ਪੜ੍ਹ ਕੇ ਖੁਸ਼ ਹੋ ਜਾਂਦਾ ਏ ਕਿ ਜਿਹੜੇ ਅਸੰਖਾਂ ਉਹਦਾ ਨਾਮ ਜਪਦੇ ਨੇ, ਉਹਨਾਂ ਅਸੰਖਾਂ ਦੇ ਵਿੱਚ ਮੈਂ ਵੀ ਕਿਤੇ ਹੋਵਾਂਗਾ। ਇਵੇਂ ਹੀ ਹੁੰਦਾ ਹੈ ਨਾ, ਉਹਨਾਂ ਅਸੰਖਾਂ ਵਿੱਚ ਮੈਂ ਵੀ ਹੋਵਾਂਗਾ ਕਿਤੇ। ਪਰ ਅਸੀਂ ਦੂਜਾ ਬੰਦ ਨਹੀਂ ਕਦੇ ਪੜ੍ਹਦੇ, ਉਹਦੇ ਪਾਸੇ ਨਹੀਂ ਆਉਂਦੇ। ਅਸੰਖ ਚੋਰ, ਉਹ ਜਦੋਂ ਇਹ ਗੱਲ ਆਉਂਦੀ ਨਾ, ਗੁਰੂ ਸਾਹਿਬ ਨੇ ਆਖਿਆ ਅਸੰਖ ਚੋਰ ਹਰਾਮਖੋਰ, ਫਿਰ ਕਹਿੰਦੇ ਆ ਇਹ ਗੱਲ ਮੇਰੇ ਲਈ ਥੋੜ੍ਹੀ ਲਿਖੀ ਹੈ, ਮੇਰੇ ਵਾਸਤੇ ਤੇ ਅਸੰਖ ਨਾਮ ਹੀ ਲਿਖਿਆ ਹੈ। ਇਹ ਨਹੀਂ ਗੱਲ ਹੁੰਦੀ। ਇਨਸਾਨ ਦੀ ਇਹ ਫਿਤਰਤ ਹੈ। ਦੋਨੋਂ ਪੱਖ ਲੈ ਕੇ ਚੱਲਣੇ ਪੈਣਗੇ। ਜਿਨੀ ਨਾਮ ਧਿਆਇਆ ਵੀ, ਉਹ ਤੇ ਉਜਲੇ ਮੁਖ ਲੈ ਕੇ ਪਤਾ ਨਹੀਂ ਕਿੰਨਿਆਂ ਦਾ ਛੁਟਕਾਰਾ ਕਰਵਾ ਦਿੱਤਾ। ਪਰ ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵੈ ਹੋਰ। ਜਿਨ੍ਹਾਂ ਨੇ ਨਾਮ ਵਿਸਾਰਤਾ, ਬੜੇ ਹੋਰ ਕਰਮ ਕਮਾਏ। ਜੰਮਪੁਰ ਬੱਧੇ ਮਾਰੀਆਂ ਜਿਉ ਸੰਨੀ ਉੱਪਰ ਚੋਰ, ਉਹਨਾਂ ਦੀ ਇਹ ਹਾਲਤ ਹੋਏਗੀ। ਪਰ ਜਿਨੀ ਨਾਮ ਧਿਆਇਆ, ਜਾਂ ਜਿਨ ਕਉ ਸਾਧੂ ਭੇਟੀ ਐਸੇ ਦਰਗਹਿ ਹੋਏ ਖਲਾਸ। ਬੜੀ ਵੱਡੀ ਗੱਲ ਹੈ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ, ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ, ਗੁਰੂ ਉਹਨਾਂ ਦਾ ਬਣ ਜਾਂਦਾ ਹੈ। ਗੁਰੂ ਫਿਰ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ ਕਿਤੇ ਵੀ। ਮੈਂ ਸਮਾਪਤੀ ਕਰਾਂ, ਅਖੀਰਲੀ ਪੰਕਤੀ ਲੈ ਕੇ ਆਵਾਂਗਾ, ਸਮਾਂ ਬੜਾ ਅੱਗੇ ਨਿਕਲਦਾ ਜਾ ਰਿਹਾ। ਅਖੀਰਲੀ ਪੰਕਤੀ, ਸੱਚੇ ਪਾਤਸ਼ਾਹ ਜੀ ਨੇ ਅਖੀਰ ਤੇ ਜਾ ਕੇ ਆਖਿਆ, ਆਸਾੜ ਸੁਹੰਦਾ ਤਿਸ ਲੱਗੈ। ਪਹਿਲੀ ਪੰਕਤੀ ਸ਼ੁਰੂਆਤ ਹੈ ਆਸਾੜ ਤਪੰਦਾ, ਤਪੰਦਾ। ਅਖੀਰਲੀ ਪੰਕਤੀ ਹੈ ਆਸਾੜ ਸੁਹੰਦਾ, ਸੱਸੇ ਨਾਲ। ਤਪੰਦਾ ਤਪਸ਼, ਸੁਹੰਦਾ ਸੁਹਾਵਣਾ। ਉੱਥੇ ਹੈ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿੰਨਾ ਪਾਸ। ਇੱਥੇ ਹੈ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਭਲਿਓ ਹਾੜ ਦਾ ਮਹੀਨਾ ਉਹਨੂੰ ਸੁਹੰਦਾ ਸੋਹਣਾ ਲੱਗਣ ਲੱਗ ਪੈਂਦਾ। ਉਹਨੂੰ ਕਦੇ ਤਪਸ਼ ਨਹੀਂ ਗਰਮੀ ਦੀ ਲੱਗਦੀ। ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਮਨ ਦੇ ਅੰਦਰ ਹਰੀ ਪਰਮਾਤਮਾ ਦੇ ਚਰਨਾਂ ਨੇ ਨਿਵਾਸ ਕਰ ਲਿਆ, ਜਿਨੇ ਆਪਣੇ ਹਿਰਦੇ ਦੇ ਅੰਦਰ ਉਹਦੇ ਚਰਨ ਟਿਕਾ ਲਏ ਨੇ, ਉਸ ਵਾਹਿਗੁਰੂ ਪਰਮਾਤਮਾ ਦੇ,
ਉਹਨਾਂ ਨੂੰ ਫਿਰ ਇਹ ਮਹੀਨਾ ਸੁਹੰਦਾ ਲੱਗਦਾ ਹੈ, ਸੁਹਾਵਣਾ ਲੱਗਦਾ ਹੈ। ਦੋ ਤਰ੍ਹਾਂ ਦੇ ਲੋਕ ਆਉਂਦੇ ਨੇ ਜੀਵਨ ਤੇ, ਇਸ ਜ਼ਿੰਦਗੀ ਵਿੱਚ, ਸੰਸਾਰ ਤੇ। ਇੱਕ ਮੇਰੇ ਵਰਗੇ ਨੇ ਜਿਹੜੇ ਜੂਨ ਕੱਟਣ ਆਉਂਦੇ ਨੇ, ਸੱਚੀ ਗੱਲ ਹੈ। ਅਸੀਂ ਜੂਨ ਕੱਟਣ ਆਉਣੇ ਆ ਇੱਥੇ, ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਖੇਡ ਲਿਆ, ਖਾਣਾ ਪੀਣਾ, ਹੱਸਣਾ ਸੌਣਾ, ਇਹ ਸਭ ਕੁਝ ਯਾਦ ਹੈ, ਪਰ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ, ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਉਹ ਮੇਰੇ ਵਰਗੇ ਨੇ ਜਿਨ੍ਹਾਂ ਨੂੰ ਕਿਹਾ ਧ੍ਰਿਗ ਜੀਵਨ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਮੇਰੇ ਵਰਗੇ ਜਿਨ੍ਹਾਂ ਦਾ ਜੀਵਨ ਧਿਰਕਾਰ ਦੇ ਯੋਗ ਹੈ, ਇੱਕ ਉਹ ਨੇ ਜਿਹੜੇ ਆਪਣੇ ਜੀਵਨ ਨੂੰ ਸਫਲ ਕਰਨ ਆਉਂਦੇ ਨੇ ਤੇ ਸਫਲ ਕਰਕੇ ਵੀ ਜਾਂਦੇ ਨੇ। ਉਹਨਾਂ ਵਾਸਤੇ ਅਸਾੜ ਸੁਹੰਦਾ ਏ ਤੇ ਮੇਰੇ ਵਰਗਿਆਂ ਦੇ ਵਾਸਤੇ ਅਸਾੜ ਆਪਣੇ ਆਪ ਹੀ ਤਪੰਦਾ ਰਹਿਣਾ ਹੈ, ਤਪਸ਼ ਵਾਲਾ ਰਹਿਣਾ ਹੈ। ਫਰਕ ਤੇ ਹੈ ਨਾ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਹਾੜ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਦਾ ਜਿਨ੍ਹਾਂ ਮਨ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਗਿਆ, ਜਿਹੜੇ ਇੱਕ ਮਿੱਕ ਹੋ ਗਏ ਉਹਦੇ ਨਾਲ। ਸੋ ਕਿਉਂਕਿ ਹਾੜ ਦਾ ਮਹੀਨਾ ਹੈ ਅੱਜ, ਤੇ ਮਨ ਵਿੱਚ ਸੀ ਕਿ ਇਹਦੀ ਵਿਚਾਰ ਕਰਨੀ ਵੀ ਬੜੀ ਜ਼ਰੂਰੀ ਹੈ।